जाते हैं, जिउंदे जी भी मिल जाते हैं। पर कुछ बीमे होंगे जिन्हों की किस्तां बहुत घट होंदियां, वो सिर्फ डैथ ते मिलते हैं। एक्सीडेंट होने ते डैथ होंदी है जो तो वो मिलते हैं, वह मान लो आपां नूं तां कोई फायदा नहीं होंदा, पर वह परिवार नूं जरूर कोई ना कोई फायदा होंदा है। क्योंकि कई बार कोई बच्चा पढ़ता होंदा है, कोई काम करना होंदा है, चलो जिउना मरना तो मालक के हथ है, वो आपां कुछ नहीं कर सकते। पर अगर तुहाडा कोई बीमा कोई पॉलिसी इस तरह की ली भी है, अगर कोई मिसहैपनिंग हो जाती है, वह पैसा अगर तुहानूं मिलता है परिवार को, तो वह कोई धी पुत विआहण वाला, मान लो कुड़ी विआहण वाली है, कोई 5 लाख का बीमा होया है, जो उन्होंने मिल जूगा तो बहुत बड़ा सहारा बन जाता है। ठीक है, इसलिए ये करवा लेनी चाहिए है, क्योंकि इन्हों की जी किस्त होंगी है बहुत थोड़ी होंगी है। जिवें हुण असीं एक प्रधानमंत्री सुरक्षा बीमा है, ये असीं 12 रुपये लैने साल के, 1 रुपया महीने का बनता है सिर्फ, पर लैने असीं तुहाडे खाते चों एक बारी साल के 12 रुपये इकट्ठे लेने हैं। ये लेने हैं 18 साल तो लैके 70 साल की उम्र तक ये बीमे ने चलना है। जिहदी उम्र अज 18 साल है वो बीमा लै सकता है, तो जिहदी उम्र 70 साल तक हैगी है वो बीमा लै सकता है। 70 साल तो बाद अपने आप खत्म हो जाना है। ਇਹਦੇ ਵਿੱਚ कंपनी अगर एक्सीडेंट हो के डेथ होंदी है, या सप के कट्टण नाल होंदी है, हड़ के पानी नाल होंदी है, बिजली के करंट नाल होंदी है, या स्प्रे चढ़न नाल होंदी है, क्योंकि सारे एक्सीडेंट ने ਇਹਦੇ ਨਾਲ ਬੰਦੇ ਦੀ ਡੈਥ ਹੁੰਦੀ ਹੈ ਤਾਂ ਕੰਪਨੀ 2 ਲੱਖ ਰੁਪਇਆ ਦਿੰਦੀ ਹੈ। ਇਹ ਜਿਹੜੀਆਂ ਸਕੀਮਾਂ ਨੇ ਇਹ ਸੈਂਟਰ ਦੀਆਂ ਨੇ, ਇਹਦੇ ਵਿੱਚ ਕੋਈ ਘਪਲੇਬਾਜ਼ੀ ਨਹੀਂ ਹੈ ਵੀ ਕੰਪਨੀ ਦਿਓ ਕਿ ਨਾ ਦਿਓ, ਨਹੀਂ 100% ਮਿਲੂਗਾ, ਕੋਈ ਘਪਲੇਬਾਜ਼ੀ ਨਹੀਂ ਹੈ। ਸਿਰਫ 12 ਰੁਪਈਆ ਨਾਲ 2 ਲੱਖ ਰੁਪਏ ਦਾ ਬੀਮਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਹੈ ਜਾਂ ਐਕਸੀਡੈਂਟ ਦੇ ਵਿੱਚ ਕੋਈ ਅੰਗ ਕੱਟਿਆ ਜਾਂਦਾ ਹੈ, ਮੰਨ ਲਓ ਇੱਕ ਲੱਤ ਕੱਟੀ ਗਈ ਜਾਂ एक बाह कट्टी गई या एक अख निकल गई, तो 1 लाख रुपया मिलता है। अगर दोने कट्टियां जांदियां, मान लो दोने लत्तां ही कट्टियां गई एक्सीडेंट, या दोने बाह कट्टियां गई या दोने अखां निकल गई, तो 2 लाख रुपया मिलता है। ठीक है जी, सिर्फ 12 रुपये देने ने 70 साल की उम्र तक। जे तुसीं बीमा शुरू कर रखना है तो तुहानूं 70 साल की उम्र तक असीं तुहाडे खाते विचों 12 रुपये आए साल कट्टदे रहांगे, ਤੇ ਤੁਹਾਨੂੰ ਉਹਦੀ ਐਂਟਰੀ ਕਰਕੇ ਦੇਵਾਂਗੇ। ਤੁਹਾਡੀ ਪਾਸਬੁੱਕ 'ਚ ਵੀ ਆ 12 ਰੁਪਏ ਅਸੀਂ ਕੱਟੇ ਹੈ ਜੀ ਇਸ ਚੀਜ਼ ਦੇ ਬੀਮੇ ਦੇ। ਠੀਕ ਹੈ, ਇੱਕ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਹੈ, ਇਹਦੇ ਵਿੱਚ 330 ਰੁਪਏ ਸਾਲ ਦੇ, 18 ਸਾਲ ਤੋਂ 50 ਸਾਲ ਦੀ ਉਮਰ ਤੱਕ ਦਾ ਬੀਮਾ ਹੈ ਇਹ। ਪਰ 55 ਸਾਲ ਦੀ ਉਮਰ ਤੱਕ ਆਪਾਂ ਇਸ ਨੂੰ ਬੈਨੀਫਿਟ ਇਹਦਾ ਲੈ ਸਕਦੇ ਹਾਂ, 5 ਸਾਲ ਇਹਦਾ ਬੈਨੀਫਿਟ ਆਪਾਂ ਹੋਰ ਲੈ ਸਕਦੇ ਹਾਂ। ਇਹਦੇ ਵਿੱਚ ਵੀ ਅਸੀਂ ਸਾਲ ਦੇ ਇਕੱਠੇ ਲੈਣੇ ਨੇ 330 ਰੁਪਏ, ਇਹਦੇ 'ਚ 1 ਰੁਪਿਆ ਰੋਜ਼ ਦਾ ਬਣਦਾ ਹੈ। ਇਹਦੇ ਵਿੱਚ ਵੀ ਸਰਕਾਰ 2 ਲੱਖ ਰੁਪਇਆ ਦਊਗੀ ਅਗਰ ਬੰਦੇ ਦੀ ਡੈਥ ਹੁੰਦੀ ਹੈ। ਪਰ ਇਹਦੇ ਵਿੱਚ ਜੇ ਨੈਚੁਰਲ ਡੈਥ ਹੁੰਦੀ ਹੈ, ਐਕਸੀਡੈਂਟ ਨਾਲ ਡੈਥ ਹੋ ਜੇ ਤਾਂ ਮਿਲਣਾ ਹੀ ਹੈ। ਜੇ ਬੰਦਾ ਬਿਮਾਰ ਹੋ ਕੇ ਵੀ ਮਰ ਗਿਆ ਤਾਂ ਵੀ ਕੰਪਨੀ 2 ਲੱਖ ਰੁਪਇਆ ਦਊਗੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਇੱਕ ਅਸੀਂ ਬੀਮੇ ਕਰਦੇ ਹਾਂ 1 ਲੱਖ, 3 ਲੱਖ ਤੇ 5 ਲੱਖ ਦਾ। ਇਹਦੇ ਵਿੱਚ ਕੀ ਹੈ, 10 ਸਾਲ ਤੋਂ 70 ਸਾਲ ਦੀ ਉਮਰ ਤੱਕ ਇਹ ਬੀਮਾ ਹੁੰਦਾ ਹੈ। 70 ਸਾਲ ਤੋਂ ਬਾਅਦ ਇਹਨੇ ਖਤਮ ਹੋ ਜਾਣਾ ਹੈ। ਪਰ ਇਹਦੇ ਵਿੱਚ ਕੀ ਹੈ, ਜੇ ਤੁਸੀਂ ਮੰਨ ਲਓ 1 ਲੱਖ ਰੁਪਏ ਦਾ ਬੀਮਾ ਲੈਣਾ ਹੈ ਤਾਂ ਤੁਹਾਨੂੰ 1600 ਰੁਪਈਆ ਬਸ ਸਾਰੀ ਜਿੰਨਾ ਚਿਰ ਬੀਮੇ ਨੇ ਚੱਲਣਾ 10 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਇੱਕ ਵਾਰੀ ਖਾਤੇ 'ਚ ਜਮ੍ਹਾਂ ਕਰਾਉਣਾ ਤੁਸੀਂ। ਮੰਨ ਲਓ ਅੱਜ ਤੁਹਾਡੀ ਉਮਰ 10 ਸਾਲ ਹੈ, ਤੁਸੀਂ 1600 ਰੁਪਇਆ ਜਮ੍ਹਾਂ ਕਰਾਤਾ, ਤੁਹਾਡਾ 1 ਲੱਖ ਰੁਪਏ ਦਾ ਬੀਮਾ ਸ਼ੁਰੂ ਹੋ ਗਿਆ। ਇਹਨੂੰ 70 ਸਾਲ ਦੀ ਉਮਰ ਤੱਕ ਪਿਆ ਰਹਿਣ ਦੇਣਾ ਚਾਹੀਦਾ ਖਾਤੇ 'ਚ, ਕਢਾਉਣਾ ਨਹੀਂ। ਜਦੋਂ ਕਢਾਉਣਾ ਹੈ, ਰਕਮ ਕਢਾਉਣੀ ਹੈ, ਕੋਈ ਜੋ ਲੈਣ ਦੇਣ ਤੇ ਤੁਸੀਂ ਕਰ ਰਹੇ ਹੋ, ਬਸ ਇੰਨਾ ਖਿਆਲ ਰੱਖਣਾ ਹੈ ਕਿਸੇ ਨੂੰ ਚੈੱਕ ਕੱਟਣਾ ਹੈ ਜਾਂ ਨਗਦ ਕਢਾਉਣੇ ਹੈ, ਇਹ ਪੈਸੇ ਛੱਡ ਕੇ ਕਢਾਉਣੇ ਹੈ, ਇਹ 'ਚੋਂ ਬੈਲੈਂਸ ਘਟਣਾ ਨਹੀਂ ਚਾਹੀਦਾ। ਅਗਰ 3 ਲੱਖ ਦਾ ਬੀਮਾ ਲੈਣਾ ਹੈ ਤਾਂ 3200 ਰੁਪਈਆ, अगर 5 लाख का बीमा लेना है तो 5200 रुपया। ये पैसे बस 70 साल की उम्र तक पे रहने चाहिए हैं। तो असीं इहदी किस्त जिहड़ी है तुहाडे खुले खाते चों, बचत खाते चों आए साल अपने आप ले लांगे। जे तुसीं खाते चों पैसे घटा ले, ये बीमा खत्म हो। जिथे पैसे बैलेंस घट गया, घटना क्यों नहीं चाहिए?
ਵੀ ਜਿਹੜੀ ਕੰਪਨੀ ਦੀ ਕਿਸ਼ਤ ਹੈ 1 ਲੱਖ ਦੀ 40 ਰੁਪਏ ਹੈ, 3 ਲੱਖ ਦੀ 120 ਰੁਪਏ ਹੈ, 5 ਲੱਖ ਦੀ 200 ਰੁਪਏ। ਸਾਡੇ 70 ਤੋਂ ਪਹਿਲੇ ਹੀ ਬੰਦਾ ਐਕਸਪਾਇਰ ਹੋ ਗਏ। ਜੇ 70 ਤੋਂ ਪਹਿਲੇ ਹੀ ਬੰਦਾ ਐਕਸਪਾਇਰ ਹੋ ਗਿਆ ਐਕਸਪਾਇਰ ਮਿਲੂਗਾ। 70 ਸਾਲ ਤੱਕ ਇਹਨੂੰ 70 ਤੋਂ ਉੱਪਰ ਨਹੀਂ ਨਹੀਂ ਮੈਂ ਐਂ ਕਹਿਣਾ ਨਾ ਵੀ 70 ਸਾਲ ਤੱਕ ਇਹਨੇ ਚੱਲਣਾ ਹੈ। ਜੇ ਮੰਨ ਲਓ ਤੁਸੀਂ ਬਾਅਦ ਚ ਕੁਝ ਹੁੰਦਾ ਹੈ ਤਾਂ ਖਤਮ ਹੀ ਹੋ ਗਿਆ 70 ਸਾਲ ਤੋਂ ਬਾਅਦ, ਉਸ ਤੋਂ ਪਹਿਲਾਂ ਕੁਝ ਵੀ ਹੁੰਦਾ ਹੈ ਤਾਂ ਬੀਮੇ ਨੇ ਮਿਲਣਾ ਹੈ। ਐਕਸੀਡੈਂਟ ਦੇ ਨੇਚਰ ਦੀ ਤਾਂ ਨਹੀਂ ਹਾਂ ਇਹਦੀ ਕਿਸ਼ਤ ਜਿਹੜੀ ਹੈ ਅਸੀਂ ਉਹ ਕੰਪਨੀ ਨੂੰ ਭੇਜਣੀ ਹੈ ਤੇ ਇਹਦਾ ਸਾਲ ਦਾ ਉਹਨਾਂ ਵਿਆਜ ਬਣਨਾ ਹੈ। ਤੁਹਾਡੀ ਰਕਮ ਦਾ ਮੰਨ ਲਓ 5200 ਰੁਪਏ ਜਮ੍ਹਾਂ ਕੀਤਾ ਹੈ ਤਾਂ ਇਹਦਾ 200 ਰੁਪਏ ਸਾਲ ਦਾ ਵਿਆਜ ਬਣ ਜਾਊਗਾ। ਅਸੀਂ ਉਹ ਕਿਸ਼ਤ ਕੰਪਨੀ ਨੂੰ ਭੇਜ ਦਾਂਗੇ, ਤੁਹਾਡੇ ਤੋਂ ਅਸੀਂ ਕੁਝ ਨਹੀਂ ਲੈਣਾ। ਅਗਰ ਤੁਸੀਂ 10 ਸਾਲਾਂ ਨੂੰ 15 ਸਾਲਾਂ ਨੂੰ ਇਹ ਖਾਤਾ ਬੰਦ ਕਰਾਓਗੇ ਨਾ, ਮੰਨ ਲਓ 5200 ਰੁਪਏ ਰੱਖ ਕੇ ਕਰਾਇਆ ਹੈ ਤਾਂ ਤੁਹਾਨੂੰ ਮਿਲੂਗਾ 5200 ਦਾ 5200। ਹੋ ਸਕਦਾ ਕੋਈ ਵਿਆਜ ਜੇ ਵਧਿਆ ਹੋਇਆ ਤਾਂ 2-4 ਰੁਪਏ ਹੋਰ ਵੀ ਨਾਲ ਜੁੜ ਜਾਣ ਤੇ ਜੇ ਕਿਸ਼ਤ ਨਹੀਂ ਬਣਦੀ, ਕੋਈ ਵਿਆਜ ਗਵਰਨਮੈਂਟ ਘਟਾ ਦਿੰਦੀ ਹੈ ਤਾਂ ਹੋ ਸਕਦਾ ਕੋਈ 150 ਦਾ ਫਰਕ ਪੈ ਜੇ ਤਾਂ ਪੈ ਜੇ, ਪਰ ਬਾਹਲਾ ਫਰਕ ਨਹੀਂ ਪੈਂਦਾ। ਬਾਕੀ ਜਿੱਦੇ ਤੁਹਾਡਾ ਮਨ ਕਰਦਾ ਹੈ ਵੀ ਮੈਂ ਬੀਮਾ ਨਹੀਂ ਚਲਾਉਣਾ ਤਾਂ ਬੈਲੈਂਸ ਘਟਾ ਦਿਓ ਬਸ ਉਹਦੇ ਚੋਂ, ਬੀਮਾ ਆਪਣੇ ਆਪ ਹੀ ਖਤਮ ਹੋ ਜਾਣਾ ਉਸਨੇ। ਇਹਦੇ ਵਿੱਚ ਵੀ ਜੇ ਸੜਕ ਦੁਰਘਟਨਾ 'ਚ ਡੈਥ ਹੁੰਦੀ ਹੈ ਜਾਂ ਸੱਪ ਦੇ ਕੱਟਣ ਨਾਲ ਹੁੰਦੀ ਹੈ, ਹੜ੍ਹ ਦੇ ਪਾਣੀ ਨਾਲ ਹੁੰਦੀ ਹੈ, ਬਿਜਲੀ ਦੇ ਕਰੰਟ ਨਾਲ ਹੁੰਦੀ ਹੈ ਜਾਂ ਸਪਰੇਅ ਚੜਨ ਨਾਲ ਹੁੰਦੀ ਹੈ, ਪੀਣ ਨਾਲ ਨਹੀਂ, ਕੋਈ ਜਾਣ ਕੇ ਪੀ ਕੇ ਹੋਵੇ ਨਹੀਂ, ਜੇ ਚੜਨ ਨਾਲ ਹੁੰਦੀ ਹੈ ਤਾਂ ਇਹ ਬੀਮਾ ਫੁੱਲ ਮਿਲਦਾ ਹੈ। ਇਹਦੇ ਵਿੱਚ ਵੀ ਇੱਕ ਅੰਗ ਕੱਟਿਆ ਜਾਂਦਾ ਹੈ ਤਾਂ ਅੱਧਾ ਬੀਮਾ, ਜੇ ਦੋਨੇ ਅੰਗ ਕੱਟੇ ਜਾਂਦੇ ਹੈ ਤਾਂ ਫੁੱਲ ਬੀਮਾ ਮਿਲਦਾ ਹੈ। ਇਸ ਗੱਲ ਨੂੰ ਤੁਸੀਂ ਧਿਆਨ ਰੱਖੋ। ਹੁਣ ਕਈ ਵਾਰੀ ਕੀ ਹੁੰਦਾ, ਅਸੀਂ ਬੀਮਾ ਤਾਂ ਕਰਾ ਲਿਆ ਜਾਂ ਕਰਵਾਇਆ ਹੋਇਆ ਜਾਂ ਕਰਾਉਣਾ ਹੈ, ਪਰ ਸਾਨੂੰ ਇਹ ਨਹੀਂ ਪਤਾ ਵੀ ਯਾਰ ਇਹ ਬੀਮਾ ਲੈਣਾ ਕਿਵੇਂ ਆ, ਉਸ ਤੋਂ ਬਾਅਦ ਵੀ ਸਾਨੂੰ ਗਵਰਨਮੈਂਟ ਦੇਊਗੀ ਕਿਵੇਂ, ਅਸੀਂ ਇਹਦੇ ਕਾਗਜ਼ ਪੱਤਰ ਕੀ ਪੂਰੇ ਕਰਨੇ ਹੈ। ਅਗਰ ਤੁਸੀਂ ਕੋਈ ਮੰਨ ਲਓ ਇਸ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੋ ਗਈ, ਡੈਥ ਹੋ ਗਈ, ਤੁਸੀਂ ਬੈਂਕ ਨੂੰ ਕੁਝ ਨਹੀਂ ਦੱਸਿਆ, ਚੱਕ ਕੇ ਉਹਦਾ ਸੰਸਕਾਰ ਕਰਤਾ, ਕਿਉਂਕਿ ਜਦੋਂ ਕੋਈ ਇਹੋ ਜਿਹੀਆਂ ਘਟਨਾ ਵਾਪਰ ਜਾਂਦੀਆਂ ਅਸੀਂ ਇੰਨੇ ਘਬਰਾ ਜਾਂਦੇ ਹਾਂ, ਪਜਲ ਹੋ ਜਾਂਦੇ ਹਾਂ, ਉਦੋਂ ਸਾਨੂੰ ਕੋਈ ਬੀਮਾ ਨਹੀਂ ਸੁਝਦਾ, ਅਸੀਂ ਚੱਕ ਕੇ ਬੰਦੇ ਦਾ ਸੰਸਕਾਰ ਕਰ ਦਿੰਦੇ ਹਾਂ ਤਾਂ ਇਹ ਕੰਪਨੀਆਂ ਫਿਰ ਬੀਮਾ ਨਹੀਂ ਦਿੰਦੀਆਂ। ਉਹਦੇ ਵਿੱਚ ਕੀ ਕਰਨਾ ਪਊਗਾ, ਤੁਹਾਨੂੰ 30 ਦਿਨਾਂ ਦੇ ਅੰਦਰ ਅੰਦਰ ਬੈਂਕ ਨੂੰ ਦੱਸਣਾ ਪਊਗਾ ਵੀ ਆਹ ਘਟਨਾ ਵਾਪਰ ਗਈ। ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਲੈਣੀ ਪਊਗੀ, ਡੈਥ ਸਰਟੀਫਿਕੇਟ ਲੈਣਾ ਪਊਗਾ ਤੇ ਜੇ ਕੋਈ ਅੰਗਹੀਨਤਾ ਹੋਈ ਹੈ ਤਾਂ ਡਾਕਟਰ ਦਾ ਸਰਟੀਫਿਕੇਟ ਵੀ ਲੱਗੂਗਾ ਨਾਲ। ਜਿਵੇਂ 330 ਵਾਲਾ ਬੀਮਾ ਹੈ ਉਹ 'ਚ ਨੈਚੁਰਲ ਡੈਥ ਹੋਈ ਹੈ ਤਾਂ ਕੱਲਾ ਡੈਥ ਸਰਟੀਫਿਕੇਟ ਲੱਗੂਗਾ, ਕਿਉਂਕਿ ਉਹ ਜਾਂ ਪੋਸਟਮਾਰਟਮ ਦੀ ਰਿਪੋਰਟ ਹੋ ਸਕਦੀ ਹੈ FIR ਤਾਂ ਉਹਦੀ FIR ਕੀ ਹੋਊਗੀ, ਜੇ ਉਹ ਬੰਦਾ ਬਿਮਾਰ ਹੋ ਕੇ ਬਚਿਆ ਉਹਦੀ ਤਾਂ ਕੋਈ ਲੋੜ ਨਹੀਂ ਹੈ ਜੀ। ਇਸ ਗੱਲ ਦਾ ਜੇ ਕੋਈ ਅੰਗਹੀਨਤਾ ਹੋਈ ਹੈ ਤਾਂ ਡਾਕਟਰ ਦਾ ਸਰਟੀਫਿਕੇਟ ਲੱਗ ਜੂਗਾ ਤੇ ਪੁਲਿਸ ਦੀ ਰਿਪੋਰਟ ਲੱਗ ਜੂਗੀ, ਕਿਉਂਕਿ ਉਹਦੇ ਵਿੱਚ ਬੰਦੇ ਦੀ ਡੈਥ ਨਹੀਂ ਹੋਈ, ਕੋਈ ਮੌਤ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਜਦੋਂ ਤੁਸੀਂ ਇਹ ਕਾਗਜ਼ ਪੱਤਰ ਪੂਰੇ ਕਰਕੇ ਬੈਂਕ ਨੂੰ ਦੇ ਦਿੰਦੇ ਹੋ ਤਾਂ ਬੈਂਕ ਤੁਹਾਨੂੰ 100% ਇਹ ਬੀਮਾ ਦਵਾਊਗਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇੱਕ ਸਾਡੇ ਕੋਲੇ ਅਟਲ ਪੈਨਸ਼ਨ